वो स्वामी श्री गुरु नाभादास महाराज की जय। परम सत्कारयोग मेरे देशवासियों, अज जिहड़ा दशहरे का दिन है, इस पवित्र दिन के उत्ते मैं अपने देशवासियों को लख लख बधाई पेश करना, क्योंकि दशहरा जिहड़ा सदियां तो चलिया आ रहा है और दशहरे दे विच जिहड़ी मेन गल दसी गई है कि बुराई दे उत्ते अच्छाई की जित है। जिन्नी मर्जी वड्डी बुराई होवे, कदी ना कदी वो डाउनफॉल होंदी है और अच्छाई जिहड़ी है वो उभर के उन्होंने उहदे उत्ते काबू पाती है। जिस तरह के श्री रामचंद्र जी ने बड़ियां कष्ट भी सहे, पर उन्होंने दृढ़ निश्चय नाल माड़े अंसर सी जिहड़े उस समय दे उन्हां दे उत्ते काबू पाया अपने साथियों नाल। इस तरह ही ये दिन चलते आ रहे हैं। रमायण दे विच 10 दिन 9 दिन चलती है, रामलीला भी चलदियां ने थां थां जगह ते, जिथों सानूं सिੱਖਣ ਨੂੰ यही कुछ मिलता है कि राम जी अगर चाहते तो अपने आप सब कुछ कर सकते ही, पर उन्होंने गरीब गुरबे की, आम इंसानों की, लोकल बंदियां की सहायता लैके ते उन्होंने अपने नाल लैके फिर उन्होंने मुआवजा भी दिता। जिस तरह के विभीषण नूं लंका दे दी, सुग्रीव नूं उहदा राज दे दिता। जे चाहता तो आप ही सब कुछ रख सकता ही, पर उन्होंने बनदा हक भी सब नूं दिता। और जिहड़ी बेइंसाफी कीती सी, अज बेचारा बेशक रावण लंका दा जिहड़ा सीगा राजा, वो बड़ा ज्ञानी भी सी, बहुत बुद्धिमान भी सी, पर ਉਹਦਾ ਜਿਹੜਾ ਗੁੱਸੇ ਕਰਕੇ ਜਾਂ ਉਹਦੀ ਇੱਕ ਗਲਤੀ ਕਰਕੇ ਸਾਲ ਦੇ ਸਾਲ ਉਹਦਾ ਪੁਤਲਾ ਵੀ ਜਲਾਇਆ ਜਾਂਦਾ। ਕਿਉਂਕਿ ਆਮ ਇੱਕ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਖਡਾਈ ਦਾ ਨਾਂ ਨਹੀਂ ਹੁੰਦਾ ਤੇ ਰੁਆਈ ਦਾ ਨਾਂ ਹੁੰਦਾ। ਉਹਨਾਂ ਨੇ ਬੜੇ ਚੰਗੇ ਵੀ ਕੰਮ ਕੀਤੇ ਨੇ, ਪਰ ਉਹਨਾਂ ਦਾ ਇੰਨਾ ਨਾਂ ਨਹੀਂ ਜਿੰਨਾ ਕਿ ਇੱਕ ਬੁਰਾਈ ਦਾ ਨਾਂ ਹੋ ਗਿਆ। ਸ਼੍ਰੀ ਰਾਮਚੰਦਰ ਜੀ ਦੀ ਅਗਰ ਲਾਈਫ ਦੇਖੀ ਜਾਏ ਤੇ ਉਹਨਾਂ ਨੇ ਬਚਪਨ ਦੇ ਵਿੱਚ ਹੀ ਹੋਣਹਾਰ ਗਤੀਵਿਧੀਆਂ ਸ਼ੁਰੂ ਕੀਤੀਆਂ ਸੀ। ਕਲਾਸਾਂ ਪੜ੍ਹੀਆਂ ਗੁਰੂਕੁਲ ਦੇ ਵਿੱਚ, ਉਹ ਪੜ੍ਹੇ ਵੀ ਆਮ ਇਨਸਾਨ ਵਾਂਗਰ ਪੜ੍ਹੇ ਆ। ਔਰ 4 ਭਰਾ ਸੀਗੇ ਉਹ, ਜਿਹੜਾ ਕਿ ਬਹੁਤ ਪਿਆਰ ਸੀ ਆਪਸ ਵਿੱਚ ਉਹਨਾਂ ਦਾ। ਔਰ ਇਹ ਗੱਲ ਸਾਨੂੰ ਸਿੱਖਿਆ ਦਿੰਦੀ ਹੈ ਕਿ ਅਸੀਂ ਅੱਜ 2 3 4 ਭਰਾ ਹੈਗੇ ਆ, ਲੜ ਪੈਣ ਡੇ ਆ। ਉਹ ਰਾਮ ਜੀ ਦੀ ਸਿੱਖਿਆ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਾਂ ਪਿਆਰ ਨਾਲ ਰਹਿਣਾ, ਇੱਕ ਦੂਜੇ ਦੇ ਉੱਤੇ ਵਿਸ਼ਵਾਸ ਕਰਨਾ, ਇੱਕ ਦੂਜੇ ਦੀ ਸਹਾਇਤਾ ਕਰਨੀ ਹੈ, ਇੱਕ ਦੂਜੇ ਦੀ ਹੈਲਪ ਕਰਨੀ ਹੈ। ਸੋ ਉਹ ਸਾਡੇ ਵਿੱਚ ਵੇਖਣ ਨੂੰ ਆਇਆ ਕਿ ਬੇਸ਼ੱਕ ਉਹਨਾਂ ਨੇ ਆਪਣੇ ਪਿਤਾ ਜੀ ਦਾ ਜਾਇਜ਼ ਜਾਂ ਨਜਾਇਜ਼ ਵਰਡ ਸੁਣ ਕੇ ਉਹਦੀ ਇੱਛਾ ਜਿਹੜੀ ਕਿ ਕਿਹਾ ਕਿ ਗੁਰੂਕੁਲ ਰੀਤ ਸਦਾ ਚਲੀ ਆਏ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਉਹਨਾਂ ਦੇ ਪਿਤਾ ਜੀ ਰਾਜਾ ਦਸ਼ਰਥ ਸੀਗੇ, ਉਹਨਾਂ ਨੇ ਇੱਕ ਬਚਨ ਦੇ ਦਿੱਤਾ ਸੀ ਇੱਕ ਕਈ ਨੂੰ, ਜਿਹੜਾ ਕਿ ਉਹਨਾਂ ਨੇ ਪ੍ਰਾਣ ਬੇਸ਼ੱਕ ਦੇ ਦਿੱਤੇ ਪਰ ਬਚਨ ਨਹੀਂ ਉਹਨਾਂ ਨੇ ਆਪਣਾ ਢਿੱਲਾ ਹੋਣ ਦਿੱਤਾ, ਉਹ ਪੂਰਾ ਕੀਤਾ। ਉਹਦੇ ਵਿੱਚ ਸ਼੍ਰੀ ਰਾਮਚੰਦਰ ਜੀ ਨੂੰ ਬਨਵਾਸ ਵੀ ਮਿਲਿਆ ਔਰ ਨਾਲ ਸੀਤਾ ਜੀ ਵੀ ਗਈ। ਅੱਜ ਦੀਆਂ ਜਨਾਨੀਆਂ ਨੂੰ ਇਹ ਵੀ ਸੰਦੇਸ਼ ਮਿਲਦਾ ਕਿ ਆਪਣੇ ਪਤੀ ਦੇ ਦੁੱਖ ਸੁੱਖ ਦੇ ਵਿੱਚ ਨਾਲ ਰਹਿਣਾ, ਇਹ ਉਸ ਰਮਾਇਣ ਤੋਂ ਸਿੱਖਣ ਦੀ ਲੋੜ ਹੈ। ਔਰ ਭਰਾ ਜਿਹੜਾ ਸੀਗਾ ਲਕਸ਼ਮਣ, ਉਹ ਵੀ ਨਾਲ ਗਿਆ। ਭਰਾਵਾਂ ਨੂੰ ਵੀ ਇਹ ਸਿੱਖਿਆ ਮਿਲਦੀ ਆ ਕਿ ਜੇ ਮੇਰੇ ਵੱਡੇ ਭਰਾ ਨੂੰ ਕੋਈ ਦੁੱਖ ਤਕਲੀਫ ਆ ਗਈ ਹੈ ਤਾਂ ਮੈਂ ਵੀ ਉਹਦਾ ਸਾਥ ਦੇਣਾ ਪੂਰਾ। ਫਿਰ ਉਹਨਾਂ ਨੇ ਆਪਣੇ ਪਿਤਾ ਜੀ ਦੀ ਗੱਲ ਮੰਨ ਕੇ ਬਾਹਰ ਜੰਗਲਾਂ 'ਚ ਚਲੇ ਗਏ। 14 ਸਾਲ ਦਾ ਬਨਵਾਸ ਮਿਲਿਆ ਸੀਗਾ। ਉਹਦੇ ਵਿੱਚ ਉਹਨਾਂ ਨੂੰ ਘਟਨਾ ਇੱਕ ਘਟਨੀ ਪਈ, ਲੜਾਈ ਲੱਗੀ, ਯੁੱਧ ਹੋ ਗਿਆ। ਇੱਕ ਸ਼੍ਰੀਲੰਕਾ ਕਰੈਕਟਰ ਵਿੱਚ ਆਉਂਦਾ ਹੈ, ਜਿਹਦੇ ਉੱਤੋਂ ਰਾਵਣ ਨੂੰ ਜਾ ਕੇ ਉਹਨੇ ਭੜਕਾਇਆ, ਰਾਵਣ ਨੇ ਅਟੈਕ ਕਰ ਦਿੱਤਾ। ਉਹਨਾਂ ਨੇ ਫਿਰ ਸਮੁੰਦਰ ਪਾਰ ਕਰਕੇ ਨਾਲ ਹਨੂਮਾਨ ਜੀ ਦੀ ਸਹਾਇਤਾ ਲੈ ਕੇ, ਹਨੂਮਾਨ ਜੀ ਸਾਡੇ ਸਭ ਤੋਂ ਪਾਵਰਫੁਲ ਗਿਣੇ ਗਏ ਨੇ ਉਦੋਂ ਵੀ ਤੇ ਅੱਜ ਵੀ। ਪਰ ਉਹਨਾਂ ਨੂੰ ਨਾਲ ਲੈ ਕੇ ਸਮੁੰਦਰ ਪਾਰ ਕਰਕੇ ਉਹਨਾਂ ਦੀ ਪਹਿਲਾਂ ਖੋਜ ਕੀਤੀ। ਖੋਜ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਸੀਤਾ ਨੂੰ ਵਾਪਸ ਕਰ ਦਿਓ, ਯੁੱਧ ਨਾ ਹੋਵੇ, ਖੂਨ ਖਰਾਬਾ ਨਾ ਹੋਵੇ। ਪਰ ਰਾਵਣ ਇੱਕ ਹੰਕਾਰੀ ਬਣ ਗਿਆ ਸੀਗਾ, ਉਹਨੇ ਕਿਹਾ ਵੀ ਨਹੀਂ, ਇਹ ਨਹੀਂ ਜਾਏਗੀ, ਇਹ ਮੇਰੀ ਪਟਰਾਣੀ ਬਣੇਗੀ। ਪਰ ਸੀਤਾ ਦਾ ਕਰੈਕਟਰ ਵੇਖ ਕੇ ਸਾਰੀਆਂ ਜਨਾਨੀਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਾਂ ਆਪਣਾ ਚਰਿੱਤਰ ਵੀ ਹਾਈ ਰੱਖੀਏ, ਉੱਚਾ ਰੱਖੀਏ, ਔਰ ਨਾਲ ਹੀ ਆਪਣੇ ਪਤੀ ਜੀ ਦੀ ਸੇਵਾ ਵਾਸਤੇ ਜਾਂ ਪਤੀ ਦੇ ਨਾਲ ਪੂਰੀ ਲਾਈਫ ਵਿਚਰਨਾ ਹੋਵੇ। ਉਸ ਤੋਂ ਬਾਅਦ ਰਾਮ ਜੀ ਦੀ ਰਮਾਇਣ ਤੋਂ ਇਹ ਵੀ ਇੱਕ ਸਿੱਖਿਆ ਮਿਲਣ ਰਹੀ ਹੈ ਕਿ ਕਿਸੇ ਨੇ ਗਲਤ ਗੱਲ ਕਹਿ ਦਿੱਤੀ
ਤੇ ਉਹ ਤੇ ਇੰਨਾ ਚਿਰ ਰਹਿ ਕੇ ਆਈ ਆ ਰਾਵਣ ਕੋਲ, ਉਹ ਕਿਸ ਤਰ੍ਹਾਂ ਪਵਿੱਤਰ ਹੋ ਗਏ। ਉਹਦੀ ਵਿਚਾਰੀ ਦੀ ਅਗਨੀ ਪ੍ਰੀਖਿਆ ਵੀ ਲਈ ਗਈ। ਉਹ ਫਿਰ ਵੀ ਉਹਨੇ ਆਪਣੀ ਇੱਛਾ ਨੂੰ ਘੁੱਟ ਕੇ ਤੇ ਪਬਲਿਕ ਦੇ ਫੈਸਲੇ ਦੇ ਉੱਤੇ ਉਹਨੂੰ ਵਿਚਾਰੀ ਨੂੰ ਫਿਰ ਇੱਕ ਵਾਰੀ ਬਨਵਾਸ ਜਾਣਾ ਪਿਆ ਗਿਆ। ਬਾਹਰ ਗਈ ਜਦੋਂ, ਉੱਥੇ ਉਹਦੇ 2 ਬੱਚੇ ਵੀ ਹੋ ਗਏ, ਲਵ ਤੇ ਕੁਸ਼। ਉਹ ਬੱਚੇ ਵੀ ਪਿਓ ਦੇ ਵਾਂਗਰ ਹੀ ਆਪਣੀ ਮਾਤਾ ਦਾ, ਪਿਤਾ ਜੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ, ਮਾਤਾ ਜੀ ਦਾ ਹੁਕਮ ਮੰਨਦੇ ਸੀ। ਔਰ ਉਹਨਾਂ ਨੇ ਆਪਣੀ ਕਸ਼ਤਰੀਆ ਜਿਹੜੀ ਅਸੀਂ ਜੀਵਨ ਸੀ ਉਹਦੇ ਉੱਤੇ ਉਹਨਾਂ ਨੇ ਚੈਲੰਜ ਕਰਤਾ। ਜਿਹੜਾ ਉਹਨਾਂ ਨੇ ਘੋੜਾ ਰੱਥ ਭੇਜਿਆ ਸੀਗਾ, ਉਹਨੂੰ ਰੋਕ ਦਿੱਤਾ। ਔਰ ਉਹਦੇ ਵਿੱਚ ਵੀ ਉਹ ਯੁੱਧ ਕਰਨ ਵਾਸਤੇ ਤਿਆਰ ਸੀ, ਪਰ ਸੀਤਾ ਨੇ ਉੱਥੇ ਆਖਿਆ ਵੀ ਨਹੀਂ, ਇਹ ਤੇਰੇ ਪਿਤਾ ਜੀ ਨੇ, ਇਹਨਾਂ ਨਾਲ ਯੁੱਧ ਨਹੀਂ ਕਰਨਾ। ਸੋ ਇਹੋ ਜਿਹੀਆਂ ਰਮਾਇਣ ਤੋਂ ਗੱਲਾਂ ਸਿੱਖਣ ਨੂੰ ਬਹੁਤ ਕੁਛ ਮਿਲਦੀਆਂ ਨੇ ਕਿ ਪਿਤਾ ਦਾ ਪਿਓ ਦੇ ਪ੍ਰਤੀ ਕੀ ਕਰਤੱਵ ਬਣਦਾ, ਮਾਂ ਦਾ ਬੱਚਿਆਂ ਦੇ ਪ੍ਰਤੀ ਕੀ ਬਣਦਾ, ਬੱਚਿਆਂ ਦਾ ਮਾਂ ਦੇ ਪ੍ਰਤੀ ਕੀ ਬਣਦਾ, ਵਾਈਫ ਦਾ ਹਸਬੈਂਡ ਦੇ ਪ੍ਰਤੀ ਕੀ ਬਣਦਾ, ਔਰ ਹਸਬੈਂਡ ਦਾ ਆਪਣੇ ਵਾਈਫ ਦੇ ਪ੍ਰਤੀ। ਔਰ ਇਹ ਵੀ ਗੱਲ ਦੇਖੀ ਆ ਪਿਛਲੇ ਸਾਰਿਆਂ ਨੇ ਲੋਕਡਾਊਨ 'ਚ, ਰਮਾਇਣ ਸਭ ਨੇ ਹੀ ਦੇਖੀ ਆ, ਜਦੋਂ ਕਿ ਉਹ ਵਿਚਾਰੀ ਉੱਧਰ ਬਨਵਾਸ ਵਿੱਚ ਸੀ ਬਾਹਰ ਸੀਤਾ, ਔਰ ਇਹ ਵੀ ਆਪਣੇ ਰਾਜ ਮਹਿਲ 'ਚ ਹੁੰਦਿਆਂ ਹੋਇਆਂ ਵੀ ਭੁੰਜੇ ਸੌਂਦਾ ਰਿਹਾ। ਨਾ ਚੰਗਾ ਫਰੂਟ ਖਾਂਦਾ ਸੀ, ਨਾ ਕੋਈ ਰੋਟੀ ਪਾਣੀ ਖਾਂਦਾ ਸੀ, ਉਦਾਸ ਬੇਸ਼ੱਕ ਹੈ ਸੀ, ਪਰ ਆਪਣਾ ਰਾਜ ਧਰਮ ਨਿਭਾਉਣ ਦੀ ਖਾਤਰ, ਪਬਲਿਕ ਨੂੰ ਖੁਸ਼ ਕਰਨ ਦੀ ਖਾਤਰ, ਕੁਛ ਬੰਦਿਆਂ ਨੇ ਇੱਕ ਦੇ ਗਲਤ ਗੱਲਾਂ ਕਰਨ ਦੀ ਖਾਤਰ ਵੀ ਮੇਰੇ ਤੇ ਕੋਈ ਇਹੋ ਜਿਹਾ ਲਾਂਛਨ ਨਾ ਲੱਗ ਜੇ। ਔਰ ਰਾਵਣ ਵੀ ਨਹੀਂ ਚਾਹੁੰਦਾ ਕਿ ਮੈਂ ਇਹਨੂੰ ਵਾਪਸ ਭੇਜਾਂ ਜੰਗਲਾਂ 'ਚ, ਪਰ ਸੀਤਾ ਨੇ ਆਪ ਹੀ ਜਿੱਦ ਕੀਤੀ ਵੀ ਮੇਰੀ ਵਜ੍ਹਾ ਕਰਕੇ ਤੁਹਾਡੀ ਛਵੀ ਖਰਾਬ ਹੁੰਦੀ ਆ, ਇਸ ਕਰਕੇ ਮੈਂ ਬਨਵਾਸ ਚਲੇ ਜਾਂਦੀ ਹਾਂ, ਬਾਹਰ ਚਲੇ ਜਾਂਦੀ। ਸੋ ਉਹਦੇ ਅਖੀਰ ਦੁਸਹਿਰੇ ਵਾਲੇ ਦਿਨ ਆ ਕੇ ਯੁੱਧ ਦੇ ਵਿੱਚ ਰਾਵਣ ਨੂੰ ਕਰਕੇ ਫਤਿਹ ਕਰਕੇ, ਉਹਨਾਂ ਦੀ ਵਿਚਾਰਿਆਂ ਦਾ ਵੱਧ ਕਰਕੇ, ਔਰ ਵਾਪਸ ਆਪਣੇ ਅਯੋਧਿਆ 'ਚ ਆਉਂਦੇ ਨੇ। ਉਸ ਦਿਨ ਦੇ ਉੱਤੇ ਇਹ ਦੁਸਹਿਰਾ ਮਨਾਇਆ ਜਾਂਦਾ ਕਿ ਰਾਮ ਜੀ ਦੀ, ਰਾਵਣ ਜੀ ਦੀ ਸਟੋਰੀ ਦੇ ਉੱਤੇ ਰਾਵਣ ਹੰਕਾਰੀ ਹੋ ਗਿਆ ਸੀ, ਔਰ ਹੰਕਾਰ ਨੂੰ ਖਤਮ ਕਰਨ ਦੇ ਵਾਸਤੇ ਇਹ ਦਿਨ ਮਨਾਇਆ ਜਾਂਦਾ। ਸਿੱਖਿਆ ਦਿੱਤੀ ਜਾਂਦੀ ਹੈ ਦੁਸਹਿਰੇ 'ਤੇ ਵੀ ਕਿ ਹੰਕਾਰ ਦਾ ਹਮੇਸ਼ਾ ਸਿਰ ਨੀਵਾਂ ਹੋਣਾ, ਅੱਜ ਨਹੀਂ ਤੇ ਕੱਲ੍ਹ। ਇਸ ਕਰਕੇ ਸਾਰਿਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਾਂ ਸਾਰੇ ਹੀ ਹੰਕਾਰ ਨੂੰ ਤਿਆਗੀਏ, ਪਿਆਰ ਭਾਵਨਾ ਦੀ ਭਾਵਨਾ ਰੱਖੀਏ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ। ਗੋਸਵਾਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ।